प्यारे विद्यार्थियों, तुहाडा सब दा स्वागत है 9वीं जमात दे अध्याय टिशू दे भाग 3 विच। बच्चों, पिछले लैक्चर विच तुहानू दस्सिया गया सी कि जंतु टिशू दियां 4 किस्मां हन: अधीछद टिशू, जोड़क टिशू, पेशी टिशू अते नाड़ी टिशू। असी अधीछद टिशू बारे विस्तारपूर्वक पढ़ चुके हां। ਅੱਜ ਅਸੀਂ ਪੜਨ ਜਾ ਰਹੇ ਹਾਂ ਜੰਤੂ ਟਿਸ਼ੂ ਦੀਆਂ ਹੋਰ ਕਿਸਮਾਂ ਬਾਰੇ, ਜਿਨ੍ਹਾਂ ਵਿੱਚ ਅਸੀਂ ਪੜਾਂਗੇ ਪੇਸ਼ੀ ਟਿਸ਼ੂ, ਜੋੜਕ ਟਿਸ਼ੂ ਅਤੇ ਨਾੜੀ ਟਿਸ਼ੂ। ਇਹ ਹੈ ਰੋਡਸ ਦਾ ਇੱਕ ਨੈਟਵਰਕ ਜੋ ਵੱਖ-ਵੱਖ ਥਾਵਾਂ ਨੂੰ ਆਪਸ ਵਿੱਚ ਜੋੜਦਾ ਹੈ। ਇਸੇ ਤਰ੍ਹਾਂ ਮਨੁੱਖੀ ਸਰੀਰ ਵਿੱਚ ਵੀ ਟਿਸ਼ੂਆਂ ਦਾ ਇੱਕ ਆਪਣਾ ਨੈਟਵਰਕ ਹੁੰਦਾ ਹੈ ਜੋ ਵੱਖ-ਵੱਖ ਅੰਗਾਂ ਨੂੰ ਅਤੇ ਟਿਸ਼ੂਆਂ ਨੂੰ ਜੋੜਦਾ ਹੈ। ਇਹ ਟਿਸ਼ੂ ਹੁੰਦੇ ਹਨ ਜੋੜਕ ਟਿਸ਼ੂ ਜਾਂ ਕਨੈਕਟਿਵ ਟਿਸ਼ੂ। ਜੀ ਹਾਂ, ਜੋੜਕ ਟਿਸ਼ੂ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਅਤੇ ਦੂਜੇ ਟਿਸ਼ੂਆਂ ਨੂੰ ਜੋੜਦੇ ਹਨ। ਆਕਾਰ ਅਤੇ ਕਾਰਜ ਦੇ ਆਧਾਰ ਤੇ ਜੋੜਕ ਟਿਸ਼ੂ ਭਿੰਨ-ਭਿੰਨ ਕਿਸਮਾਂ ਦੇ ਹੁੰਦੇ ਹਨ। ਇਹ ਹਨ लहू, हड्डी, कार्टिलेज ਜਾਂ उपअस्थि, एरियोलर जोड़क टिशू ਅਤੇ एडिपोज ਜਾਂ चरबीला जोड़क टिशू। जोड़क टिशू ਦੇ ਸੈੱਲ ਦੂਰ-ਦੂਰ ਪਏ ਹੁੰਦੇ ਹਨ ਅਤੇ ਅੰਤਰ ਸੈਲੀ ਮੈਟ੍ਰਿਕਸ ਵਿੱਚ ਖੁੱਬੇ ਹੁੰਦੇ ਹਨ। ਇਹ ਮੈਟ੍ਰਿਕਸ ਜੈਲੀ ਵਰਗਾ, ਤਰਲ, ਗਾੜਾ ਜਾਂ ਕਠੋਰ ਹੋ ਸਕਦਾ ਹੈ। मैट्रिक्स की किस्म जोड़क टिशू के काम ते निर्भर करती है। सब तो पहला जोड़क टिशू है लहू। लहू की मैट्रिक्स तरल हुंदी है जिसनू प्लाज्मा कहते हैं। इस विच लाल रक्ताणु जां रेड ब्लड सैल, सफेद रक्ताणु जां वाइट ब्लड सैल अते प्लेटलैट्स हुंदे हैं। ਇਹ ਸਭ ਪਲਾਜ਼ਮਾ ਵਿੱਚ ਤੈਰਦੇ ਹਨ। ਪਲਾਜ਼ਮਾ ਵਿੱਚ ਪ੍ਰੋਟੀਨ, ਨਮਕ, ਪਾਣੀ ਅਤੇ ਹਾਰਮੋਨ ਵੀ ਹੁੰਦੇ ਹਨ। ਲਹੂ ਸਰੀਰ ਵਿੱਚ ਗੈਸਾਂ, ਪਚੇ ਹੋਏ ਭੋਜਨ, ਹਾਰਮੋਨ ਅਤੇ ਵਿਅਰਥ ਪਦਾਰਥਾਂ ਦਾ ਇੱਕ ਭਾਗ ਤੋਂ ਦੂਜੇ ਭਾਗ ਤੱਕ ਸੰਚਾਰ ਕਰਦਾ ਹੈ। ਹੱਡੀ। हड्डी जोड़क टिशू की एक होर उदाहरण है। यह पिंजर का निर्माण करके शरीर नू आकार प्रदान करती है। यह पेशियां नाल भी जुड़ी हुंदी है अते शरीर के मुख अंगां नू सहारा दिंदी है। हड्डी मजबूत अते कठोर हुंदी है। हड्डी दे सैल कैल्शियम ਅਤੇ ਫਾਸਫੋਰਸ ਯੌਗਿਕਾਂ ਦੀ ਬਣੀ ਕਠੋਰ ਮੈਟ੍ਰਿਕਸ ਵਿੱਚ ਧਸੇ ਹੁੰਦੇ ਹਨ। ਅਗਲਾ ਜੋੜਕ ਟਿਸ਼ੂ ਹੈ ਉਪਅਸਥੀ ਜਾਂ ਕਾਰਟਿਲੇਜ। ਇਸ ਵਿੱਚ ਸੈੱਲ ਬਹੁਤ ਦੂਰ-ਦੂਰ ਪਏ ਹੁੰਦੇ ਹਨ। ਕਾਰਟਿਲੇਜ ਦੀ ਠੋਸ ਮੈਟ੍ਰਿਕਸ ਖੰਡ ਅਤੇ ਪ੍ਰੋਟੀਨ ਅਣੂਆਂ ਦੀ ਬਣੀ ਹੁੰਦੀ ਹੈ। ਕਾਰਟਿਲੇਜ हड्डी की सतह ਅਤੇ ਜੋੜਾਂ ਨੂੰ ਪੱਧਰਾ ਰੱਖਦੀ ਹੈ। ਇਹ ਟਿਸ਼ੂ ਕੰਨ, ਨੱਕ, ਸਾਹ ਨਲੀ ਅਤੇ ਕੰਠ ਅਤੇ ਲੰਬੀਆਂ ਹੱਡੀਆਂ ਵਿੱਚ ਮੌਜੂਦ ਹੁੰਦੇ ਹਨ ਅਤੇ ਇਹਨਾਂ ਅੰਗਾਂ ਨੂੰ ਲਚਕਤਾ ਪ੍ਰਦਾਨ ਕਰਦੇ ਹਨ, ਜਿਸ ਕਾਰਨ ਅਸੀਂ ਇਹਨਾਂ ਅੰਗਾਂ ਨੂੰ ਆਸਾਨੀ ਨਾਲ ਮੋੜ ਸਕਦੇ ਹਾਂ। ਇਹ ਹੈ एरियोलर टिशू। इस टिशू के सैल अनियमित आकार के हुंदे हन। एरियोलर टिशू अंगां विचली खाली थां नूं भरदे हन, अंदरूनी अंगां नूं सहारा दिंदे हन अते टिशूआं दी मुरम्मत करन दा काम करदे हन। ਇਹ टिशू चमड़ी अते पेशियां दे विचकार लहू वहनियां ਅਤੇ ਨਾੜਾਂ ਦੇ ਦੁਆਲੇ
ਅਤੇ ਹੱਡੀ ਵਿਚਲੇ द्रव ਜਾਂ ਬੋਨ ਮੈਰੋ ਵਿੱਚ ਹੁੰਦਾ ਹੈ। ਟੈਂਡਨ ਅਤੇ ਲਿਗਾਮੈਂਟ ਏਰੀਓਲਰ ਟਿਸ਼ੂ ਦੀਆਂ ਉਦਾਹਰਨਾਂ ਹਨ। ਲਿਗਾਮੈਂਟ ਲਿਗਾਮੈਂਟ ਟਿਸ਼ੂ ਦੋ ਹੱਡੀਆਂ ਨੂੰ ਆਪਸ ਵਿੱਚ ਜੋੜਦਾ ਹੈ। ਇਹ ਟਿਸ਼ੂ ਬਹੁਤ ਹੀ ਲਚਕੀਲਾ ਹੁੰਦਾ ਹੈ ਅਤੇ ਮਜ਼ਬੂਤ ਹੁੰਦਾ ਹੈ। ਇਸ ਵਿੱਚ ਮਜ਼ਬੂਤੀ ਤਾਂ ਬਹੁਤ ਹੁੰਦੀ ਹੈ ਅਤੇ ਬਹੁਤ ਹੀ ਘੱਟ ਮੈਟ੍ਰਿਕਸ ਹੁੰਦਾ ਹੈ। ਟੈਂਡਨ ਟੈਂਡਨ ਟਿਸ਼ੂ ਹੱਡੀ ਨੂੰ ਪੇਸ਼ੀ ਨਾਲ ਜੋੜਨ ਵਾਲਾ ਟਿਸ਼ੂ ਹੈ। ਇਹ ਟਿਸ਼ੂ ਬਹੁਤ ਹੀ ਮਜ਼ਬੂਤ ਪਰ ਘੱਟ ਲਚਕੀਲੇ ਰੇਸ਼ੇਦਾਰ ਟਿਸ਼ੂ ਹਨ। ਅਗਲਾ ਜੋੜਕ ਟਿਸ਼ੂ ਹੈ ਚਰਬੀਲਾ ਟਿਸ਼ੂ ਜਾਂ ਐਡੀਪੋਜ਼ ਟਿਸ਼ੂ। ਐਡੀਪੋਜ਼ ਟਿਸ਼ੂ ਦੇ ਸੈੱਲ ਚਰਬੀ ਅਣੂਆਂ ਨਾਲ ਭਰੇ ਹੁੰਦੇ ਹਨ। ਇਹ ਚਮੜੀ ਦੇ ਹੇਠਾਂ ਅੰਦਰੂਨੀ ਅੰਗਾਂ ਜਿਵੇਂ ਗੁਰਦਿਆਂ ਦੇ ਦੁਆਲੇ ਮੌਜੂਦ ਹੁੰਦੇ ਹਨ ਅਤੇ ਇੱਕ ਰੋਧਕ ਵਜੋਂ ਕੰਮ ਕਰਦੇ ਹਨ। ਜੰਤੂ ਗਤੀ ਕਰ ਸਕਦੇ ਹਨ। ਇਹ ਸੰਭਵ ਹੈ ਪੇਸ਼ੀ ਟਿਸ਼ੂਆਂ ਦੀ ਲਚਕਤਾ ਕਾਰਨ। ਪੇਸ਼ੀ ਟਿਸ਼ੂ ਵਿੱਚ ਲੰਬੇ ਸੈੱਲ ਹੁੰਦੇ ਹਨ ਜਿਨ੍ਹਾਂ ਨੂੰ ਪੇਸ਼ੀ ਰੇਸ਼ੇ ਜਾਂ ਮਸਲ ਫਾਈਬਰਸ ਕਿਹਾ ਜਾਂਦਾ ਹੈ। ਇਹ ਟਿਸ਼ੂ ਸਾਡੇ ਸਰੀਰ ਲਈ ਗਤੀ ਕਰਨ ਦਾ ਕੰਮ ਕਰਦੇ ਹਨ। ਪੇਸ਼ੀਆਂ ਵਿੱਚ ਸਪੈਸ਼ਲ ਕਿਸਮ ਦੇ ਪ੍ਰੋਟੀਨ ਹੁੰਦੇ ਹਨ ਜਿਨ੍ਹਾਂ ਨੂੰ ਸੁੰਗੜਨਸ਼ੀਲ ਪ੍ਰੋਟੀਨ ਕਹਿੰਦੇ ਹਨ। ਇਹ ਸੁੰਗੜਨ ਅਤੇ ਫੈਲਣ ਨਾਲ ਸਰੀਰ ਦੇ ਅੰਗਾਂ ਵਿੱਚ ਗਤੀ ਲਿਆਉਂਦੇ ਹਨ। ਪੇਸ਼ੀ ਟਿਸ਼ੂਆਂ ਕਾਰਨ ਹੀ ਅਸੀਂ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਗਤੀ ਪ੍ਰਦਾਨ ਕਰ ਸਕਦੇ ਹਾਂ। ਪੇਸ਼ੀ ਟਿਸ਼ੂ ਤਿੰਨ ਤਰ੍ਹਾਂ ਦੇ ਹੁੰਦੇ ਹਨ। ਧਾਰੀਦਾਰ ਪੇਸ਼ੀ ਜਾਂ ਸਟ੍ਰਾਈਏਟਿਡ ਮਸਲਸ, ਇਹਨਾਂ ਨੂੰ ਸਕੈਲੇਟਲ ਮਸਲ ਵੀ ਕਿਹਾ ਜਾਂਦਾ ਹੈ। ਦੂਸਰੀ ਕਿਸਮ ਹੈ ਦਿਲ ਪੇਸ਼ੀ ਜਾਂ ਕਾਰਡੀਅਕ ਮਸਲਸ ਅਤੇ ਧਾਰੀ ਰਹਿਤ ਪੇਸ਼ੀ ਜਾਂ ਸਮੂਥ ਮਸਲਸ। ਆਓ ਅਸੀਂ ਇਹਨਾਂ ਬਾਰੇ ਇੱਕ-ਇੱਕ ਕਰਕੇ ਪੜ੍ਹਦੇ ਹਾਂ। ਧਾਰੀਦਾਰ ਪੇਸ਼ੀ ਧਾਰੀਦਾਰ ਪੇਸ਼ੀ ਦੇ ਸੈੱਲ ਲੰਬੇ, ਵੇਲਣਾਕਾਰ, ਬਿਨਾਂ ਸ਼ਾਖਾਵਾਂ ਦੇ ਅਤੇ ਬਹੁ ਕੇਂਦਰਕ ਵਾਲੇ ਹੁੰਦੇ ਹਨ। ਸੂਖਮਦਰਸ਼ੀ ਨਾਲ ਵੇਖਣ ਤੇ ਹਰੇਕ ਧਾਰੀਦਾਰ ਪੇਸ਼ੀ ਸੈੱਲ ਦੇ ਵਿੱਚ ਵਾਰੋ-ਵਾਰੀ ਲਾਈਟ ਬੈਂਡਸ ਅਤੇ ਡਾਰਕ ਬੈਂਡਸ ਹੁੰਦੇ ਹਨ। ਹਲਕੇ ਅਤੇ ਗੂੜੇ ਰੰਗ ਦੀਆਂ ਧਾਰੀਆਂ ਜੋ ਮਿਲ ਕੇ ਸਟ੍ਰਾਈਏਸ਼ਨਸ ਜਾਂ ਧਾਰੀਆਂ ਬਣਾਉਂਦੀਆਂ ਹਨ। ਇਸ ਲਈ ਇਹਨਾਂ ਨੂੰ ਧਾਰੀਦਾਰ ਪੇਸ਼ੀ ਕਿਹਾ ਜਾਂਦਾ ਹੈ। ਇਹ ਪੇਸ਼ੀਆਂ ਸਾਨੂੰ ਆਪਣੀ ਇੱਛਾ ਅਨੁਸਾਰ ਗਤੀ ਲਿਆਉਣ ਵਿੱਚ ਸਹਾਇਤਾ ਕਰਦੀਆਂ ਹਨ। ਸਾਡੀਆਂ ਲੱਤਾਂ ਅਤੇ ਬਾਹਾਂ ਦੀਆਂ ਪੇਸ਼ੀਆਂ ਵਿੱਚ ਅਸੀਂ ਆਪਣੀ ਇੱਛਾ ਅਨੁਸਾਰ ਗਤੀ ਲਿਆ ਸਕਦੇ ਹਾਂ ਅਤੇ ਰੋਕ ਵੀ ਸਕਦੇ ਹਾਂ। ਇਸ ਲਈ ਇਹਨਾਂ ਨੂੰ ਸਵੈ ਇੱਛਤ ਪੇਸ਼ੀਆਂ ਵੀ ਕਹਿੰਦੇ ਹਨ। ਇਹ ਪੇਸ਼ੀਆਂ ਸਾਡੇ ਚਿਹਰੇ, ਗਰਦਨ, ਬਾਹਾਂ ਅਤੇ ਲੱਤਾਂ ਵਿੱਚ ਮੌਜੂਦ ਹੁੰਦੀਆਂ ਹਨ। ਇਹਨਾਂ ਪੇਸ਼ੀਆਂ ਨੂੰ ਪਿੰਜਰ ਪੇਸ਼ੀਆਂ ਜਾਂ ਸਕੈਲੇਟਲ ਮਸਲਸ ਵੀ ਕਿਹਾ ਜਾਂਦਾ ਹੈ ਕਿਉਂਕਿ ਜ਼ਿਆਦਾਤਰ ਇਹ ਹੱਡੀਆਂ ਨਾਲ ਜੁੜੀਆਂ ਹੁੰਦੀਆਂ ਹਨ ਅਤੇ ਸਰੀਰ ਵਿੱਚ ਗਤੀ ਲਿਆਉਂਦੀਆਂ ਹਨ। ਪੇਸ਼ੀ ਸੈੱਲਾਂ ਦੀ ਅਗਲੀ ਕਿਸਮ ਹੈ ਧਾਰੀ ਰਹਿਤ ਪੇਸ਼ੀਆਂ ਜਾਂ ਸਮੂਥ ਮਸਲਸ। ਭੋਜਨ ਨਲੀ ਵਿੱਚ ਪੇਸ਼ੀਆਂ ਦੇ ਫੈਲਣ ਅਤੇ ਸੁੰਗੜਨ ਨਾਲ
ਭੋਜਨ ਹੇਠਾਂ ਵੱਲ ਗਤੀ ਕਰਦਾ ਹੈ। ਇਹ ਕੰਮ ਕੀਤਾ ਜਾਂਦਾ ਹੈ ਧਾਰੀ ਰਹਿਤ ਪੇਸ਼ੀਆਂ ਦੁਆਰਾ। ਭੋਜਨ ਨਲੀ ਵਿੱਚ ਭੋਜਨ ਦੀ ਗਤੀ ਅਤੇ ਲਹੂ ਵਹਿਣੀਆਂ ਦਾ ਸੁੰਗੜਨਾ ਅਤੇ ਫੈਲਣਾ ਅਨਇੱਛਤ ਗਤੀ ਹੈ, ਭਾਵ ਅਸੀਂ ਆਪਣੀ ਇੱਛਾ ਨਾਲ ਇਹਨਾਂ ਵਿੱਚ ਨਾ ਤਾਂ ਗਤੀ ਲਿਆ ਸਕਦੇ ਹਾਂ ਅਤੇ ਨਾ ਹੀ ਇਹਨਾਂ ਦੀ ਗਤੀ ਨੂੰ ਰੋਕ ਸਕਦੇ ਹਾਂ। ਧਾਰੀ ਰਹਿਤ ਜਾਂ ਅਣਇੱਛਤ ਪੇਸ਼ੀਆਂ ਅਜਿਹੀ ਗਤੀ ਲਈ ਜ਼ਿੰਮੇਵਾਰ ਹੁੰਦੀਆਂ ਹਨ। ਧਾਰੀ ਰਹਿਤ ਪੇਸ਼ੀਆਂ ਦੇ ਸੈੱਲ ਲੰਬੇ ਅਤੇ ਤਿੱਖੇ ਸਿਰਿਆਂ ਵਾਲੇ, ਜਿਸ ਨੂੰ ਸਪਿੰਡਲ ਸ਼ੇਪ ਕਿਹਾ ਜਾਂਦਾ ਹੈ, ਅਤੇ ਇੱਕ ਕੇਂਦਰਕ ਵਾਲੇ ਹੁੰਦੇ ਹਨ। ਇਹਨਾਂ ਵਿੱਚ ਧਾਰੀਆਂ ਨਹੀਂ ਹੁੰਦੀਆਂ, ਇਸ ਲਈ ਇਹਨਾਂ ਨੂੰ ਧਾਰੀ ਰਹਿਤ ਪੇਸ਼ੀਆਂ ਕਹਿੰਦੇ ਹਨ। ਧਾਰੀ ਰਹਿਤ ਪੇਸ਼ੀਆਂ ਅੱਖ ਦੇ ਆਇਰਿਸ ਵਿੱਚ, ਮੂਤਰ ਵਹਿਣੀ ਵਿੱਚ ਅਤੇ ਫੇਫੜਿਆਂ ਦੀਆਂ ਉਪਸਾਹ ਨਲੀਆਂ ਜਾਂ ਬ੍ਰੌਂਕਾਈ ਵਿੱਚ ਹੁੰਦੇ ਹਨ। ਦਿਲ ਪੇਸ਼ੀਆਂ ਜਾਂ ਕਾਰਡੀਅਕ ਮਸਲਸ। ਦਿਲ ਪੇਸ਼ੀ ਦੇ ਸੈੱਲ ਵੇਲਣਾਕਾਰ, ਸ਼ਾਖਿਤ ਅਤੇ ਇੱਕ ਕੇਂਦਰਕ ਵਾਲੇ ਹੁੰਦੇ ਹਨ। ਦਿਲ ਦੀਆਂ ਪੇਸ਼ੀਆਂ ਦਾ ਖਾਸ ਗੁਣ ਹੈ ਕਿ ਇਹ ਸਾਰੀ ਉਮਰ ਲੈਅਬੱਧ ਹੋ ਕੇ ਸੁੰਗੜਦੀਆਂ ਅਤੇ ਫੈਲਦੀਆਂ ਹਨ। ਦਿਲ ਪੇਸ਼ੀਆਂ ਦਾ ਸੁੰਗੜਨਾ ਅਤੇ ਫੈਲਣਾ ਹੀ ਦਿਲ ਦੀ ਧੜਕਣ ਬਣਾਉਂਦਾ ਹੈ। ਇਹ ਵੀ ਅਣਇੱਛਤ ਪੇਸ਼ੀਆਂ ਹਨ। ਕੀ ਤੁਸੀਂ ਜਾਣਦੇ ਹੋ ਇਹ ਬੱਚੇ ਕੀ ਕਰ ਰਹੇ ਹਨ? ਇਹ ਖਿਡੌਣਾ ਟੈਲੀਫੋਨ ਦੀ ਮਦਦ ਨਾਲ ਆਪਣਾ ਸੰਦੇਸ਼ ਇੱਕ ਦੂਜੇ ਤੱਕ ਪਹੁੰਚਾ ਰਹੇ ਹਨ। ਤਾਰ ਦਾ ਕੰਮ ਹੈ ਸੰਦੇਸ਼ ਦਾ ਸੰਚਾਰ ਕਰਨਾ। ਇਸੇ ਤਰ੍ਹਾਂ ਸਾਡੇ ਸਰੀਰ ਵਿੱਚ ਵੀ ਅਜਿਹੇ ਟਿਸ਼ੂ ਹੁੰਦੇ ਹਨ ਜੋ ਸੰਕੇਤਾਂ ਨੂੰ ਸਰੀਰ ਦੇ ਇੱਕ ਭਾਗ ਤੋਂ ਦੂਜੇ ਭਾਗ ਤੱਕ ਪਹੁੰਚਾਉਂਦੇ ਹਨ। ਇਹਨਾਂ ਟਿਸ਼ੂਆਂ ਨੂੰ ਨਾੜੀ ਟਿਸ਼ੂ ਕਹਿੰਦੇ ਹਨ। ਨਾੜੀ ਟਿਸ਼ੂ ਸੰਕੇਤਾਂ ਨੂੰ ਸਰੀਰ ਦੇ ਇੱਕ ਭਾਗ ਤੋਂ ਦੂਜੇ ਭਾਗ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ। ਇਸ ਟਿਸ਼ੂ ਦੇ ਸਾਰੇ ਸੈੱਲਾਂ ਵਿੱਚ ਉਤੇਜਨਾ ਦੇ ਪ੍ਰਤੀ ਕਿਰਿਆ ਕਰਨ ਦੀ ਯੋਗਤਾ ਹੁੰਦੀ ਹੈ। ਨਾੜੀ ਟਿਸ਼ੂ ਦੇ ਸੈੱਲ ਬਹੁਤ ਹੀ ਤੇਜ਼ੀ ਨਾਲ ਉਤੇਜਨਾ ਪ੍ਰਾਪਤ ਕਰਦੇ ਹਨ ਅਤੇ ਓਨੀ ਹੀ ਤੇਜ਼ੀ ਨਾਲ ਪੂਰੇ ਸਰੀਰ ਵਿੱਚ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਇਸ ਉਤੇਜਨਾ ਨੂੰ ਪਹੁੰਚਾਉਂਦੇ ਹਨ। ਦਿਮਾਗ, ਸੁਖਮਨਾ ਨਾੜੀ ਅਤੇ ਨਾੜੀਆਂ ਸਾਰੇ ਹੀ ਨਾੜੀ ਟਿਸ਼ੂ ਦੇ ਬਣੇ ਹਨ। ਇਸ ਟਿਸ਼ੂ ਦੇ ਸੈੱਲਾਂ ਨੂੰ ਨਾੜੀ ਸੈੱਲ ਜਾਂ ਨਿਊਰੋਨ ਕਿਹਾ ਜਾਂਦਾ ਹੈ। ਨਿਊਰੋਨ ਸੈੱਲ ਦੇ ਸਰੀਰ ਵਿੱਚ ਕੇਂਦਰਕ ਅਤੇ ਸੈੱਲ ਦਰਵ ਹੁੰਦੇ ਹਨ, ਭਾਵ ਕੇਂਦਰਕ ਅਤੇ ਸੈੱਲ ਦਰਵ ਮਿਲ ਕੇ ਸੈੱਲ ਬਾਡੀ ਬਣਾਉਂਦੇ ਹਨ। ਹਰੇਕ ਨਿਊਰੋਨ ਵਿੱਚ ਇੱਕ ਲੰਬੀ ਰਚਨਾ ਹੁੰਦੀ ਹੈ ਜਿਸ ਨੂੰ ਐਕਸੋਨ ਕਿਹਾ ਜਾਂਦਾ ਹੈ ਅਤੇ ਕਈ ਛੋਟੀਆਂ ਸ਼ਾਖਾ ਵਰਗੀਆਂ ਰਚਨਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਡੈਂਡਰਾਈਟ ਕਹਿੰਦੇ ਹਨ। ਨਿਊਰੋਨ ਦੇ ਅੰਤਿਮ ਸਿਰੇ ਨੂੰ ਨਾੜੀ ਸਿਰਾ ਕਿਹਾ ਜਾਂਦਾ ਹੈ। ਇੱਕ ਨਾੜੀ ਸੈੱਲ 1 ਮੀਟਰ ਤੱਕ ਲੰਬਾ ਹੋ ਸਕਦਾ ਹੈ। ਬਹੁਤ ਸਾਰੇ ਨਾੜੀ ਸੈੱਲ ਜੋੜਕ ਟਿਸ਼ੂ ਰਾਹੀਂ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ ਅਤੇ ਮਿਲ ਕੇ ਇੱਕ ਨਾੜੀ ਦਾ ਨਿਰਮਾਣ ਕਰਦੇ ਹਨ। ਨਾੜੀ ਸੈੱਲ ਵਿੱਚ ਵਹਿਣ ਵਾਲੇ ਸੰਕੇਤ ਨੂੰ ਨਾੜੀ ਸੰਵੇਦਨਾ ਕਿਹਾ ਜਾਂਦਾ ਹੈ। ਨਾੜੀ ਸੰਵੇਦਨਾ ਰਾਹੀਂ ਅਸੀਂ ਆਪਣੀ ਇੱਛਾ ਅਨੁਸਾਰ
ਆਪਣੀਆਂ ਪੇਸ਼ੀਆਂ ਦੀ ਗਤੀ ਕਰ ਸਕਦੇ ਹਾਂ। ਨਾੜੀ ਅਤੇ ਪੇਸ਼ੀ ਟਿਸ਼ੂਆਂ ਦਾ ਕਾਰਜਾਤਮਕ ਸੰਯੋਜਨ ਸਾਰੇ ਜੰਤੂਆਂ ਵਿੱਚ ਮੌਲਿਕ ਹੈ ਅਤੇ ਇਹ ਸੰਯੋਜਨ ਉਤੇਜਨਾ ਅਨੁਸਾਰ ਜੰਤੂਆਂ ਨੂੰ ਤੇਜ਼ ਪ੍ਰਤੀਕਿਰਿਆ ਕਰਨ ਵਿੱਚ ਸਹਾਇਤਾ ਕਰਦਾ ਹੈ। ਸੋ ਪਿਆਰੇ ਬੱਚਿਓ, ਆਓ ਹੁਣ ਤੱਕ ਅਸੀਂ ਜੋ ਪੜ੍ਹਿਆ ਹੈ ਉਸ ਦੀ ਦੁਹਰਾਈ ਕਰ ਲਈਏ। ਸਾਡੇ ਸਰੀਰ ਵਿੱਚ ਵਿਭਿੰਨ ਕਿਸਮਾਂ ਦੇ ਜੋੜਕ ਟਿਸ਼ੂਆਂ ਵਿੱਚ ਏਰੀਓਲਰ ਟਿਸ਼ੂ, ਚਰਬੀਲਾ ਟਿਸ਼ੂ, ਹੱਡੀ, ਟੈਂਡਨ, ਲਿਗਾਮੈਂਟ, ਉਪਅਸਥੀ ਅਤੇ ਲਹੂ ਸ਼ਾਮਲ ਹਨ। ਪੇਸ਼ੀ ਟਿਸ਼ੂ ਤਿੰਨ ਤਰ੍ਹਾਂ ਦੇ ਹੁੰਦੇ ਹਨ: ਧਾਰੀਦਾਰ ਪੇਸ਼ੀ, ਧਾਰੀ ਰਹਿਤ ਪੇਸ਼ੀ ਅਤੇ ਦਿਲ ਪੇਸ਼ੀ। ਧਾਰੀਦਾਰ ਪੇਸ਼ੀ ਦੇ ਸੈੱਲ ਲੰਬੇ, ਵੇਲਣਾਕਾਰ, ਬਿਨਾਂ ਸ਼ਾਖਾਵਾਂ ਦੇ ਅਤੇ ਬਹੁ ਕੇਂਦਰਕ ਵਾਲੇ ਹੁੰਦੇ ਹਨ। ਇਹਨਾਂ ਪੇਸ਼ੀਆਂ ਵਿੱਚ ਵਾਰੋ-ਵਾਰੀ ਹਲਕੇ ਅਤੇ ਗੂੜੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਇਹ ਪੇਸ਼ੀਆਂ ਸਾਨੂੰ ਆਪਣੀ ਇੱਛਾ ਅਨੁਸਾਰ ਗਤੀ ਲਿਆਉਣ ਵਿੱਚ ਸਹਾਇਤਾ ਕਰਦੀਆਂ ਹਨ। ਇਸ ਲਈ ਇਹਨਾਂ ਨੂੰ ਸਵੈ ਇੱਛਤ ਪੇਸ਼ੀਆਂ ਕਿਹਾ ਜਾਂਦਾ ਹੈ। ਇਹਨਾਂ ਨੂੰ ਪਿੰਜਰ ਪੇਸ਼ੀਆਂ ਜਾਂ ਸਕੈਲੇਟਲ ਮਸਲਸ ਵੀ ਆਖਦੇ ਹਾਂ, ਜਿਵੇਂ ਸਾਡੀਆਂ ਲੱਤਾਂ ਅਤੇ ਬਾਹਾਂ ਦੀਆਂ ਪੇਸ਼ੀਆਂ। ਧਾਰੀ ਰਹਿਤ ਪੇਸ਼ੀ ਦੇ ਸੈੱਲ ਲੰਬੇ ਅਤੇ ਤਿੱਖੇ ਸਿਰਿਆਂ ਵਾਲੇ ਅਤੇ ਇੱਕ ਕੇਂਦਰਕ ਵਾਲੇ ਹੁੰਦੇ ਹਨ। ਇਹਨਾਂ ਵਿੱਚ ਧਾਰੀਆਂ ਨਹੀਂ ਹੁੰਦੀਆਂ। ਇਹ ਅਣਇੱਛਤ ਪੇਸ਼ੀਆਂ ਹਨ, ਜਿਵੇਂ ਭੋਜਨ ਨਲੀ ਅਤੇ ਲਹੂ ਵਹਿਣੀਆਂ ਦਾ ਸੁੰਗੜਨਾ ਅਤੇ ਫੈਲਣਾ ਅਣਇੱਛਤ ਗਤੀ ਹੈ। ਦਿਲ ਪੇਸ਼ੀ ਦੇ ਸੈੱਲ ਵੇਲਣਾਕਾਰ, ਸ਼ਾਖਿਤ ਅਤੇ ਇੱਕ ਕੇਂਦਰਕ ਵਾਲੇ ਹੁੰਦੇ ਹਨ। ਦਿਲ ਦੀਆਂ ਪੇਸ਼ੀਆਂ ਸਾਰੀ ਉਮਰ ਲੈਅਬੱਧ ਹੋ ਕੇ ਸੁੰਗੜਦੀਆਂ ਅਤੇ ਫੈਲਦੀਆਂ ਰਹਿੰਦੀਆਂ ਹਨ। ਨਾੜੀ ਟਿਸ਼ੂ ਨਿਊਰੋਨਾਂ ਤੋਂ ਬਣਿਆ ਹੈ, ਜਿਹੜੇ ਸੰਵੇਦਨਾ ਨੂੰ ਪ੍ਰਾਪਤ ਕਰਕੇ ਸਰੀਰ ਦੇ ਇੱਕ ਭਾਗ ਤੋਂ ਦੂਜੇ ਭਾਗ ਤੱਕ ਸੰਚਾਲਿਤ ਕਰਦੇ ਹਨ। ਬੱਚਿਓ, ਇਹ ਸੀ ਦੁਹਰਾਈ। ਹੁਣ ਤੁਸੀਂ ਕੁਝ ਖਾਲੀ ਥਾਵਾਂ ਭਰਨ ਦੀ ਕੋਸ਼ਿਸ਼ ਕਰੋ। ਪਹਿਲਾ ਹੈ, ਲਹੂ ਦੀ ਤਰਲ ਮੈਟ੍ਰਿਕਸ ਨੂੰ ਡੈਸ਼ ਕਹਿੰਦੇ ਹਨ। ਹਾਂਜੀ ਬੱਚਿਓ, ਲਹੂ ਦੀ ਤਰਲ ਮੈਟ੍ਰਿਕਸ ਕੀ ਅਖਵਾਉਂਦੀ ਹੈ? ਤੁਹਾਡਾ ਜਵਾਬ ਬਿਲਕੁਲ ਸਹੀ ਹੈ। ਲਹੂ ਦੀ ਤਰਲ ਮੈਟ੍ਰਿਕਸ ਨੂੰ ਪਲਾਜ਼ਮਾ ਕਹਿੰਦੇ ਹਨ ਅਤੇ ਲਹੂ ਦੇ ਭਿੰਨ-ਭਿੰਨ ਸੈੱਲ RBC, WBC ਅਤੇ ਪਲੇਟਲੈਟਸ ਪਲਾਜ਼ਮਾ ਵਿੱਚ ਤੈਰਦੇ ਹਨ। ਅਗਲਾ ਹੈ, ਹੱਡੀ ਸੈੱਲ ਡੈਸ਼ ਅਤੇ ਡੈਸ਼ ਦੀ ਬਣੀ ਕਠੋਰ ਮੈਟ੍ਰਿਕਸ ਵਿੱਚ ਧਸੇ ਹੁੰਦੇ ਹਨ। ਜੀ ਹਾਂ ਬੱਚਿਓ, ਹਾਂਜੀ ਤੁਸੀਂ ਸਹੀ ਸੋਚ ਰਹੇ ਹੋ। ਹੱਡੀ ਸੈੱਲ ਕੈਲਸ਼ੀਅਮ ਅਤੇ ਫਾਸਫੋਰਸ ਦੀ ਬਣੀ ਕਠੋਰ ਮੈਟ੍ਰਿਕਸ ਵਿੱਚ ਧਸੇ ਹੁੰਦੇ ਹਨ। ਦੋ ਹੱਡੀਆਂ ਆਪਸ ਵਿੱਚ ਡੈਸ਼ ਨਾਲ ਜੁੜੀਆਂ ਹੁੰਦੀਆਂ ਹਨ। ਉਸ ਟਿਸ਼ੂ ਦਾ ਨਾਂ ਦੱਸੋ ਜੋ ਦੋ ਹੱਡੀਆਂ ਨੂੰ ਆਪਸ ਵਿੱਚ ਜੋੜਦਾ ਹੈ। ਜੀ ਹਾਂ, ਤੁਹਾਡਾ ਜਵਾਬ ਬਿਲਕੁਲ ਠੀਕ ਹੈ। ਦੋ ਹੱਡੀਆਂ ਆਪਸ ਵਿੱਚ ਲਿਗਾਮੈਂਟ ਟਿਸ਼ੂ ਨਾਲ ਜੁੜੀਆਂ ਹੁੰਦੀਆਂ ਹਨ। ਹੱਡੀ ਨੂੰ ਪੇਸ਼ੀ ਨਾਲ ਜੋੜਨ ਵਾਲਾ ਟਿਸ਼ੂ ਕਿਹੜਾ ਹੈ? ਤੁਸੀਂ ਬਿਲਕੁਲ ਠੀਕ ਹੋ। ਹੱਡੀ ਨੂੰ ਪੇਸ਼ੀ ਨਾਲ ਜੋੜਨ ਵਾਲਾ ਟਿਸ਼ੂ ਹੈ ਟੈਂਡਨ। ਡੈਸ਼ ਟਿਸ਼ੂ ਹੱਡੀ ਦੀ ਸਤ੍ਹਾ ਅਤੇ ਜੋੜਾਂ ਨੂੰ ਪੱਧਰਾ ਰੱਖਦਾ ਹੈ। ਹਾਂਜੀ ਬੱਚਿਓ, ਕੀ ਜਵਾਬ ਹੈ ਇਸ ਦਾ? ਬਿਲਕੁਲ ਠੀਕ। ਕਾਰਟਿਲੇਜ ਜਾਂ ਉਪਅਸਥੀ ਟਿਸ਼ੂ ਹੱਡੀ ਦੀ ਸਤ੍ਹਾ ਅਤੇ ਜੋੜਾਂ ਨੂੰ ਪੱਧਰਾ ਰੱਖਦਾ ਹੈ। ਅਗਲਾ ਹੈ, ਉਹ ਕਿਹੜਾ ਟਿਸ਼ੂ ਹੈ ਜੋ ਅੰਗਾਂ ਵਿਚਲੀ ਖਾਲੀ ਥਾਂ ਨੂੰ ਭਰਦਾ ਹੈ? ਸੋਚੋ ਬੱਚਿਓ।
हाँ जी, एरियोलर टिशू। अंगां विचली खाली थां भरन वाला टिशू है एरियोलर टिशू। यह टिशू अंगां नूं सहारा देण दा काम भी करदा है। नैक्सट इज चमड़ी दे हेठां डैश टिशू मौजूद हुंदा है। वो केड़ा टिशू है जो साडी चमड़ी दे हेठां मौजूद है? तुसी बिल्कुल ठीक हो। चमड़ी दे हेठां चर्बीला टिशू मौजूद हुंदा है। इस टिशू दे सैल चर्बी अणुआं नाल भरे हुंदे हन जो रोधक वजों काम करते हैं। अगला है नाड़ी टिशू दे सैलां नूं डैश कहंदे हन। जी हाँ, तुसी सारे ही जानते हो नाड़ी टिशू दे सैलां नूं न्यूरॉन कहंदे हन। दिल पेशी दा खास काम की है? हाँ जी बच्चों, दिल पेशी दा खास काम है सारी उम्र लयबद्ध होके फैलना अते सुंगड़ना। अगला है डैश अते डैश अणइच्छत पेशियां हन। बच्चों, तुहानू पता ही है पेशी टिशू 3 तरह दे हन, धारीदार पेशी, धारी रहित पेशी अते दिल पेशी। इन्हां विचों केड़े पेशी टिशू अनिच्छत पेशी हन? हाँ जी, बिल्कुल सही जवाब धारी रहित पेशी अते दिल पेशी। ये दोवें ही अनिच्छत पेशियां हन। सो बच्चों, मैनू पूरी उम्मीद है अज दा ये पाठ तुहानू चंगी तरह समझ आया होवेगा। हुण तक दे लई धन्नवाद।